नमस्कार, मैं हाँ शमी डावरा। तुसी देख रहे हो SDTV प्राइम। दोस्तों 10 ਮਾਰਚ ਨੂੰ ਨਤੀਜੇ ਨਿਕਲਣ ਦੇ ਨਾਲ ਹੀ ਇਹ ਸਾਬਿਤ ਹੋ ਗਿਆ ਕਿ ਪੰਜਾਬ ਦੇ ਵਿੱਚ ਸਰਕਾਰ ਬਦਲ ਗਈ ਹੈ। ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਪੰਜਾਬ ਦੀ ਸੱਤਾ ਦੇ ਉੱਤੇ ਕਾਬਿਜ਼ ਹੋ ਚੁੱਕੀ ਹੈ ਤੇ ਹੁਣ ਤਾਂ ਤਕਰੀਬਨ 10 ਦਿਨ ਦਾ ਸਮਾਂ ਵੀ ਹੋ ਚੁੱਕਿਆ ਹੈ ਜਦੋਂ ਸਰਕਾਰ ਆਪਣਾ ਕੰਮਕਾਰ ਕਰ ਰਹੀ ਹੈ। ਇਲਾਕੇ ਦੇ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਮੰਤਰੀ ਬਣ ਚੁੱਕੇ ਨੇ ਤੇ ਉਹਨਾਂ ਨੂੰ ਖਨਨ ਦਾ ਮੰਤਰੀ ਵੀ, ਮਾਈਨਸ ਦਾ ਮੰਤਰੀ ਜਾਂ ਕਹਿ ਲਓ ਮਾਈਨਿੰਗ ਦਾ ਮੰਤਰੀ ਵੀ ਬਣਾਇਆ ਗਿਆ ਹੈ। ਸਾਡੇ ਹਲਕੇ ਦੇ ਵਿੱਚ ਦੋਸਤੋ ਇਹ ਬਹੁਤ ਵੱਡੀ ਮੰਗ ਰਹੀ ਹੈ ਕਿ ਇੱਥੋਂ ਨਜਾਇਜ਼ ਮਾਈਨਿੰਗ ਨੂੰ ਬੰਦ ਕੀਤਾ ਜਾਵੇ। ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ਦੇ ਵਿੱਚ ਬੜੇ ਵੱਡੇ ਡਰਮ ਵਜਾਏ ਜਾਂਦੇ ਰਹੇ ਕਿ ਹਲਕੇ ਤੋਂ ਨਜਾਇਜ਼ ਮਾਈਨਿੰਗ ਬੰਦ ਕਰਾ ਕੇ ਇੱਥੇ ਹੋ ਰਹੇ ਖਨਨ ਨੂੰ ਬੰਦ ਕੀਤਾ ਜਾਵੇ, ਲੋਕਾਂ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਪਾਣੀ ਦਾ ਪੱਧਰ ਘਟ ਰਿਹਾ ਹੈ ਤੇ ਹਵਾ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ। ਜਿਸ ਵਿਅਕਤੀ ਨੇ ਸਭ ਤੋਂ ਜ਼ਿਆਦਾ ਆਵਾਜ਼ ਚੱਕੀ ਇਸ ਇਲਾਕੇ ਦੀ, ਇਸ ਮਾਈਨਿੰਗ ਦੀ ਤੇ ਸਰਕਾਰ ਦੇ ਵਿਰੁੱਧ ਇਸ ਨਜਾਇਜ਼ ਰੂਪ ਦੇ ਵਿੱਚ ਚੱਲ ਰਹੇ ਕ੍ਰੈਸ਼ਰ ਦਾ, ਉਹ ਹੋਰ ਨਹੀਂ ਅੱਜ ਮੇਰੇ ਨਾਲ ਬੈਠੇ ਨੇ ਇਲਾਕੇ ਦੇ ਬਹੁਤ ਹੀ ਪਤਵੰਤੇ ਟਿੱਕਾ ਯਸ਼ਵੀਰ ਚੰਦ ਭਲਾ। ਟਿੱਕਾ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ SDTV ਪ੍ਰਾਈਮ ਤੇ। ਰਾਵਰਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ, ਜਿਹੜਾ ਤੁਸੀਂ ਬਾਰ-ਬਾਰ ਸਾਨੂੰ ਇਸ ਮੁੱਦੇ ਤੇ ਜਗਾਉਂਦੇ ਵੀ ਰਹਿੰਦੇ ਹੋ ਔਰ ਸਾਡੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਵੀ ਕਰਦੇ ਰਹਿੰਦੇ ਹੋ। ਬਹੁਤ ਬਹੁਤ ਧੰਨਵਾਦ। ਦੋਸਤੋ, ਸਭ ਤੋਂ ਵੱਡੀ ਚੁਣੌਤੀ ਸਰਕਾਰ ਦੇ ਅੱਗੇ, ਹਾਲਾਂਕਿ ਚੁਣੌਤੀਆਂ ਬਹੁਤ ਨੇ ਕਿਉਂਕਿ ਸਰਕਾਰ ਨੇ ਵਾਅਦੇ ਹੀ ਬਹੁਤ ਕੀਤੇ ਹੋਏ ਨੇ ਜਿਹੜੇ ਵਾਅਦਿਆਂ ਤੇ ਸਰਕਾਰ ਨੂੰ ਖਰਾ ਉਤਰਨਾ ਹੈ। ਲੇਕਿਨ ਸਾਡੇ ਹਲਕੇ ਦੇ ਵਿੱਚ ਅਗਰ ਕੋਈ ਚੁਣੌਤੀ ਹੈ ਤਾਂ ਉਹ ਚੁਣੌਤੀ ਹੈ ਨਜਾਇਜ਼ ਰੂਪ ਵਿੱਚ ਹੋ ਰਹੀ ਮਾਈਨਿੰਗ ਨੂੰ ਬੰਦ ਕਰਨਾ। ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਉਸ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਗਏ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਅਸੀਂ ਇਸ ਨੂੰ ਬੰਦ ਕਰਾਂਗੇ, ਨਜਾਇਜ਼ ਰੂਪ 'ਚ ਮਾਈਨਿੰਗ ਨਹੀਂ ਹੋਣ ਦੇਵਾਂਗੇ, ਜਾਇਜ਼ ਜੋ ਹੈ ਉਹ ਸਾਰਾ ਕੁਝ ਹੋਵੇਗਾ। ਨਵੀਂ ਪਾਲਿਸੀ ਮਾਈਨਿੰਗ ਦੇ ਲਈ ਬਣੇਗੀ ਜਿਹੜੀ ਹਰੇਕ ਦੇ ਲਈ ਲਾਹੇਵੰਦ ਹੋਏਗੀ। ਲੇਕਿਨ ਇਲਾਕਾ ਸੰਘਰਸ਼ ਕਮੇਟੀ ਜਿਹੜੀ ਮਾਈਨਿੰਗ ਦੇ ਵਿਰੁੱਧ ਹਮੇਸ਼ਾ ਬਿਗੁਲ ਵਜਾਉਂਦੀ ਰਹੀ ਹੈ, ਟਿੱਕਾ ਯਸ਼ਵੀਰ ਚੰਦ ਜਿਨ੍ਹਾਂ ਦੀ ਆਵਾਜ਼ ਹਮੇਸ਼ਾ ਬੁਲੰਦ ਹੁੰਦੀ ਰਹੀ ਹੈ, ਉਹਨਾਂ ਨੂੰ ਪੁੱਛਦੇ ਹਾਂ ਕਿਹੋ ਜਿਹੀ ਪਾਲਿਸੀ ਉਹ ਚਾਹੁੰਦੇ ਨੇ, ਕਿਸ ਤਰ੍ਹਾਂ ਉਹ ਨਜਾਇਜ਼ ਮਾਈਨਿੰਗ ਬੰਦ ਕਰਾਉਣ ਦੇ ਵਿੱਚ ਯੋਗਦਾਨ ਪਾਉਂਦੇ ਰਹੇ ਤੇ ਯੋਗਦਾਨ ਪਾਉਣਗੇ। ਇਹ ਸਾਰੀਆਂ ਗੱਲਾਂ ਅੱਜ ਅਸੀਂ ਉਹਨਾਂ ਨਾਲ ਕਰਨੀਆਂ ਮਾਈਨਿੰਗ ਦੇ ਲਈ ਨੇ। ਸਭ ਤੋਂ ਪਹਿਲਾਂ ਟਿੱਕਾ ਜੀ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ, ਸਰਕਾਰ ਬਦਲੀ ਹੈ ਜੀ, ਸਰਕਾਰ ਦੇ ਨਾਲ ਹੀ ਤੁਹਾਡੇ ਲੋਕਾਂ ਦੀ ਉਮੀਦ ਵੀ ਬਦਲ ਗਈ। ਬਿਲਕੁਲ ਠੀਕ ਹੈ। ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿਉਂਕਿ ਬਦਲੀ ਉਮੀਦ ਨੂੰ ਲੈ ਕੇ ਇੱਕ ਸੰਭਾਵਨਾ ਨੂੰ ਲੈ ਕੇ? ਗੱਲ ਇਹ ਹੈ ਜੀ, ਪਹਿਲਾਂ ਤਾਂ ਮੈਂ ਸਭ ਤੋਂ ਜਿਹੜਾ ਹੈ ਮੌਕਾ ਵਧਾਈ ਦਾ ਲੈ ਰਿਹਾ ਤੁਹਾਤੋਂ ਕਿ ਵੀ ਮੈਂ ਸਰਦਾਰ ਹਰਜੋਤ ਸਿੰਘ ਬੈਂਸ ਜਿਹੜੇ ਕਿ ਸਾਡੇ ਨਵੇਂ ਚੁਣੇ ਵਿਧਾਇਕ ਸੀਗੇ, ਇਸ ਨਵੀਂ ਸਰਕਾਰ ਦੇ ਵਿੱਚ ਉਹਨਾਂ ਨੂੰ ਮੰਤਰੀ ਮੰਡਲ 'ਚ ਥਾਂ ਮਿਲੀ ਹੈ। ਬਿਲਕੁਲ। ਔਰ ਸਭ ਤੋਂ ਅਹਿਮ ਜਿਹੜਾ ਮਹਿਕਮਿਆਂ ਦੇ ਵਿੱਚੋਂ ਇੱਕ ਮਾਈਨਿੰਗ ਔਰ ਜਿਓਲੋਜੀ, ਬਾਕੀ ਮਹਿਕਮਿਆਂ ਦੇ ਨਾਲ ਉਹਨਾਂ ਨੂੰ ਇਹ ਜ਼ਿੰਮੇਵਾਰੀ ਵੀ ਮਿਲੀ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਮਾਈਨਿੰਗ ਦਾ, ਜਿਵੇਂ ਕਿ ਤੁਸੀਂ ਜਾਣਦੇ ਹੋ ਔਰ ਹਾਈਲਾਈਟ ਕਰਦੇ ਆਏ ਹੋ, ਮਾਈਨਿੰਗ ਦਾ ਮੁੱਦਾ ਜਿਹੜਾ ਹੈ ਇਹ ਬਹੁਤ ਹੀ ਵੱਡਾ ਮੁੱਦਾ ਜਿਹੜਾ ਹੈ ਉਹ ਬਣ ਚੁੱਕਿਆ ਹੈ। ਬਿਲਕੁਲ। ਸੋ ਸਾਨੂੰ ਨਵੀਂ ਸਰਕਾਰ ਤੋਂ, ਸਾਨੂੰ ਤੋਂ ਭਾਵ ਹੈ ਸਾਰੇ ਲੋਕਾਂ ਨੂੰ, ਜਿਹਦੇ ਵਿੱਚ ਇਲਾਕਾ ਸੰਘਰਸ਼ ਕਮੇਟੀ ਵੀ ਸ਼ਾਮਲ ਹੈ, ਸਾਨੂੰ ਨਵੀਂ ਸਰਕਾਰ ਤੋਂ ਔਰ ਨਵੇਂ ਜਿਹਨੂੰ ਕਹਿੰਦੇ ਨੌਜਵਾਨ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੋਂ ਬੜੀਆਂ ਉਮੀਦਾਂ ਨੇ ਜੀ ਕਿ ਇਹ ਅੱਛੀ ਮਾਈਨਿੰਗ ਪਾਲਿਸੀ ਲੈ ਕੇ ਆਉਣਗੇ ਔਰ ਜਿਹੜੀਆਂ ਗੱਲਾਂ ਦੇ ਖਿਲਾਫ ਅਸੀਂ ਰੌਲਾ ਪਾਉਂਦੇ ਰਹੇ ਹਾਂ ਜੀ, ਉਹ ਸੀ ਨਜਾਇਜ਼ ਮਾਈਨਿੰਗ ਜੀ। ਮੈਂ ਇੱਥੇ ਇੱਕ ਚੀਜ਼ ਫਿਰ ਸਪਸ਼ਟ ਕਰ ਦੇਵਾਂ, ਇਲਾਕਾ ਸੰਘਰਸ਼ ਕਮੇਟੀ ਦੇ ਸਾਰੇ ਮੈਂਬਰ ਔਰ ਅਸੀਂ ਸਾਰੇ ਬਾਕੀ ਵੀ ਜਿਹੜੇ ਬਿਲਕੁਲ ਇਸ ਮੁੱਦੇ ਦੇ ਉੱਤੇ ਸਰਕਾਰ ਅਗਰ ਅੱਛੀ ਪਾਲਿਸੀ ਲਿਆਂਦੀ ਹੈ ਜੀ ਔਰ ਸਾਡੀ ਸਲਾਹ ਲੈਂਦੀ ਹੈ ਜਾਂ ਸਾਨੂੰ ਇਸ ਪ੍ਰੋਸੈਸ ਦੇ ਵਿੱਚ ਨਾਲ ਐਸੋਸੀਏਟ ਕਰਦੀ ਹੈ, ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ। ਔਰ ਅਸੀਂ, ਮੈਂ ਫਿਰ ਇੱਕ ਵਾਰੀ ਇੱਕ ਚੀਜ਼ ਸਪਸ਼ਟ ਕਰਾਂ ਕਿ ਸੰਘਰਸ਼ ਕਮੇਟੀ ਜਿਹੜੀ ਹੈ ਉਹ ਕਿਸੇ ਵੀ ਬਿਜ਼ਨਸ ਦੇ, ਕਾਰੋਬਾਰ ਦੇ ਖਿਲਾਫ ਨਹੀਂ ਹੈ ਜੀ। ਅਸੀਂ ਤਾਂ ਜਿਹੜੀ ਲੁੱਟ ਔਰ ਤਬਾਹੀ ਇਸ ਕੁਦਰਤੀ ਸਰੋਤਾਂ ਦੀ ਸਾਡੇ ਇਲਾਕੇ ਦੀ ਜਿਹੜੀ ਹੁੰਦੀ ਹੈ ਔਰ ਜੋ ਇਹ ਪੈਸਾ ਬਾਹਰ ਜਾਂਦਾ ਹੈ
ਬਜਾਏ ਸਰਕਾਰ ਦੇ ਖਜ਼ਾਨੇ ਵਿੱਚ ਜਾਣ ਦੇ। ਇਹ ਲੜਾਈ ਸਾਡੀ ਅਸਲ ਦੇ ਵਿੱਚ ਉਸ ਚੀਜ਼ ਦੇ ਵਿਰੁੱਧ ਹੈ। ਜਾਇਜ਼ ਮਾਈਨਿੰਗ ਦੇ ਅਸੀਂ ਹੱਕ 'ਚ ਹੈ। ਕ੍ਰਸ਼ਰ ਸਟੋਨ ਜਿਹੜੇ ਮਾਲਕ, ਜਿਹੜੇ ਕਾਰੋਬਾਰੀ ਨੇ, ਅਸੀਂ ਇਸ ਕਾਰੋਬਾਰ ਦੇ ਵੀ ਹੱਕ 'ਚ ਹੈ। ਪਰ ਉੱਥੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਇਹ ਕਾਰੋਬਾਰ ਸਹੀ ਤਰੀਕੇ ਦੇ ਨਾਲ ਹੋਵੇ ਤਾਂ ਕਿ ਲੋਕਾਂ ਨੂੰ ਆਪਣਾ ਮਟੀਰੀਅਲ ਵੀ ਮਿਲ ਸਕੇ ਜੀ, ਔਰ ਡਿਵੈਲਪਮੈਂਟ ਦਾ ਕੰਮ ਵੀ ਜਿਹੜਾ ਹੈ ਨਾਲ ਹੋ ਸਕੇ। ਗੱਲ ਕੀਤੀ ਤੁਸੀਂ ਵੀ ਪਾਲਿਸੀ ਜਿਹੜੀ ਹੈ ਤੁਹਾਨੂੰ ਸਲਾਹ ਲਈ ਜਾਵੇ, ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਪਿਛਲੇ ਲਗਭਗ ਮੈਂ ਦੇਖ ਰਿਹਾ 10 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ, 10 ਸਾਲ ਤੋਂ ਸ਼ਾਇਦ ਜ਼ਿਆਦਾ ਤੋਂ ਕਰ ਰਹੇ ਹੋ, ਲੇਕਿਨ ਮੇਰੀ ਨੌਲੇਜ ਮੁਤਾਬਕ 10 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ ਵੀ ਨਜਾਇਜ਼ ਮਾਈਨਿੰਗ ਸਾਡੇ ਹਲਕੇ 'ਚ ਨਹੀਂ ਹੋਣੀ ਚਾਹੀਦੀ ਹੈ। ਪਹਿਲੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿਹੜੀ ਸਾਂਝੀ ਸਰਕਾਰ ਸੀਗੀ ਉਹਦੇ ਵਿੱਚ ਵੀ ਤੁਸੀਂ ਜਾ ਕੇ ਫਰਿਆਦਾਂ ਕਰਦੇ ਰਹੇ ਹੋ, ਹੁਣ ਜਾ ਕੇ ਵੀ ਸੰਘਰਸ਼ ਦਾ ਬਿਗਲ ਵਜਾਉਂਦੇ ਰਹੇ ਹੋ ਜਦੋਂ ਕਾਂਗਰਸ ਦੀ ਸਰਕਾਰ ਰਹੀ। ਲੇਕਿਨ ਗੱਲ ਇਹ ਤੋਂ ਕਿ ਤੁਸੀਂ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਪਾਲਿਸੀ ਹੋਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਕਰਾਂ, ਤੁਸੀਂ ਗੱਲ ਕੀਤੀ ਹੈ ਜਾਇਜ਼ ਤੇ ਨਜਾਇਜ਼ ਦੇ ਵਿੱਚ ਆਪਸ 'ਚ ਫਰਕ ਕੀਤਾ ਹੈਗਾ। ਜਾਇਜ਼ ਮਾਈਨਿੰਗ ਦੇ ਵਿੱਚ 300 ਕਰੋੜ ਰੁਪਏ ਦਾ ਠੇਕਾ ਮੇਰੇ ਹਿਸਾਬ ਨਾਲ ਪੰਜਾਬ ਪੂਰੇ ਦਾ ਗਿਆ ਸੀਗਾ, ਜਿਹਦੇ ਵਿੱਚੋਂ 47-48 ਕਰੋੜ ਦਾ ਅਨੰਦਪੁਰ ਸਾਹਿਬ ਦੀਆਂ ਖੱਡਾਂ ਦਾ ਠੇਕਾ ਹੋਇਆ ਸੀ ਜੀ। ਜਦ ਕਿ ਅਸੀਂ ਇਹ ਜਾਣਦੇ ਹਾਂ ਵੀ ਇੱਥੋਂ ਹਜ਼ਾਰਾਂ ਕਰੋੜ ਰੁਪਇਆ ਨਜਾਇਜ਼ ਮਾਈਨਿੰਗ ਦੇ ਜ਼ਰੀਏ, ਉਹ ਚਾਹੇ ਕਿਸੇ ਦੇ ਵੀ, ਹੁਣ ਕਹਿਣ ਦੀ ਲੋੜ ਨਹੀਂ ਹੈ, ਲੋਕ ਜਾਣਦੇ ਨੇ ਕਿ ਕਿਸੇ ਦੇ ਵੀ ਉਹ ਜੇਬ ਦੇ ਵਿੱਚ ਗਿਆ ਉਹ ਜਾਂਦਾ ਰਿਹਾ। ਲੇਕਿਨ ਇਹੀ ਗੱਲ ਆ ਜਾਂਦੀ ਹੈ ਜੀ, ਕੀ 47-48 ਕਰੋੜ ਰੁਪਏ ਦੇ ਨਾਲ ਜਿਹੜੇ ਪਿੰਨ ਪੁਆਇੰਟ ਪਹਿਲਾਂ ਕੀਤੇ ਹੋਏ ਸੀ ਸਰਕਾਰ ਨੇ, ਉਹ ਤਾਂ ਪਹਿਲੇ ਹੀ 100 ਫੁੱਟ ਥੱਲੇ ਚਲੇ ਗਏ। ਹੁਣ ਕੀ ਸਾਡੇ ਇਲਾਕੇ ਦੇ ਵਿੱਚ ਕੋਈ ਅਜਿਹੇ ਪੁਆਇੰਟ ਬਾਕੀ ਬਚੇ ਨੇ? ਕਿਉਂਕਿ ਜਾਇਜ਼ ਦੇ ਨਾਲ ਨਜਾਇਜ਼ ਮਾਈਨਿੰਗ ਕਰਕੇ ਇਹਨਾਂ ਮਾਈਨਿੰਗ ਮਾਫੀਆ ਨੇ ਤਾਂ ਸਾਡੇ ਜਿਹੜੇ ਆ ਪਹਾੜ ਵੀ ਉਹ ਖੰਡਰ ਕਰ ਦਿੱਤੇ। ਦਾਵੜਾ ਜੀ, ਇਸ ਮਾਈਨਿੰਗ ਦੇ ਦੋ ਪਹਿਲੂ ਨੇ ਜੀ। ਇਸ ਦੇ ਵਿੱਚ ਦੋ ਮੇਜਰ ਜਿਹੜੇ ਆਪਣਾ ਕੰਪੋਨੈਂਟ ਨੇ, ਇੱਕ ਹੈ ਸੈਂਡ, ਦੂਜਾ ਹੈ ਗ੍ਰੈਵਲ, ਬਿਲਕੁਲ, ਜਾਂ ਪੱਥਰ। ਬਿਲਕੁਲ। ਦੇਖੋ, ਜਿਹੜੀ ਜਿੱਥੇ ਤੱਕ ਰੇਤ ਦਾ ਤਾਲੁਕ ਹੈ, ਰੇਤ ਤਾਂ ਤੁਹਾਨੂੰ ਪੰਜਾਬ ਦੀਆਂ ਸਾਰੀਆਂ ਨਦੀਆਂ ਦੇ ਵਿੱਚ, ਰਾਵੀ 'ਚ ਵੀ, ਬਿਆਸ ਵੀ ਔਰ ਸਤਲੁਜ ਦੇ ਵਿੱਚ ਵੀ, ਬਿਲਕੁਲ, ਜਿਹਨੂੰ ਕਹਿੰਦੇ ਪਏ ਸਾਰੇ ਉਸਦੇ ਇਹਨਾਂ ਦੇ ਰਿਵਰ ਬੈਡਸ ਦੇ ਵਿੱਚ ਮਿਲਦਾ ਹੈ। ਬਿਲਕੁਲ। ਪਰ ਜਿੱਥੇ ਤੱਕ ਪੱਥਰ ਦਾ ਤਾਲੁਕ ਹੈ, ਬੋਲਡਰ ਦਾ ਜਾਂ ਗ੍ਰੈਵਲ ਦਾ ਤਾਲੁਕ ਹੈ, ਉਹ ਪਾਕਟਸ ਜਿਹੜੀਆਂ ਨੇ ਉਹ ਛੋਟੀਆਂ ਜੀ। ਫੋਰ ਐਗਜ਼ਾਮਪਲ, ਉਹ ਪਾਕਟਸ ਨੇ ਜਾਂ ਤਾਂ ਪਠਾਨਕੋਟ ਦੇ ਵਿੱਚ, ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਵੀ, ਮੁਕੇਰੀਆਂ ਹਾਜੀਪੁਰ ਦੇ ਵਿੱਚ, ਤੇ ਰੋਪੜ ਦੇ ਵਿੱਚ ਵੀ ਅਨੰਦਪੁਰ ਸਾਹਿਬ ਔਰ ਨੰਗਲ ਸਾਹਿਬ। ਬਿਲਕੁਲ। ਔਰ ਉਹ ਪਾਕਟਸ ਜਿਹੜੀਆਂ ਨੇ ਉਹ ਇਹਨਾਂ ਪਾਕਟਸ ਦੇ ਵਿੱਚ ਵੀ ਹਰ ਜਗ੍ਹਾ ਉਹ ਪੱਥਰ ਜਿਹੜਾ ਹੈ ਉਹ ਅਵੇਲੇਬਲ ਨਹੀਂ ਹੈ ਜੀ। ਉਹਨਾਂ ਦੇ ਸਹੀ ਆਇਡੈਂਟੀਫਿਕੇਸ਼ਨ ਦੀ ਲੋੜ ਹੈ। ਔਰ ਜਿਹੜੇ ਰਿਵਰ ਬੈਡ ਮੇਜਰ ਨੇ, ਦੇਖੋ ਤੁਸੀਂ ਦਰਿਆ ਦੇ ਵਿੱਚ, ਇਹ ਸਾਡੀ ਗੱਲ ਅੱਗੇ ਵੀ ਸਰਕਾਰ ਨਾਲ ਬੜੀ ਵਾਰੀ ਹੋਈ ਜੀ, ਦਰਿਆ ਦੇ ਵਿੱਚ ਪੱਥਰ ਪਿਆ ਹੈ ਜੀ, ਕੋਈ ਦੋ ਰਾਏ ਨਹੀਂ, ਪਰ ਉਹਦਾ ਅਸੀਂ ਕਿਆ ਨੁਕਸਾਨ ਹੁੰਦਾ ਉਹ ਰਾਮਪੁਰ ਦੇ ਵਿੱਚ ਦੇਖ ਲਿਆ। ਬਿਲਕੁਲ। ਮਾਈਨਿੰਗ ਰਾਮਪੁਰ ਦੇ ਵਿੱਚ ਹੋਈ, ਹਰ ਸਮੇਂ ਦਾ, ਬਿਲਕੁਲ, ਕਿਉਂਕਿ ਇਹ ਲੂਜ਼ ਮਟੀਰੀਅਲ, ਜਦੋਂ ਲੂਜ਼ ਮਟੀਰੀਅਲ ਚੱਕੋਗੇ ਪਾਣੀ ਆਏਗਾ, ਉਹ ਹੜੇਗਾ। ਜਿਹੜੀਆਂ ਸਾਈਡਾਂ ਜਿਹੜੀਆਂ ਹੈ ਉਹ, ਅਗਰ ਅਸੀਂ ਦਰਿਆ ਦੇ ਵਿੱਚ ਮਾਈਨਿੰਗ ਅਲਾਓ ਕਰਦੇ ਹਾਂ ਜੀ, ਚਾਹੇ ਉਹ ਡੀਸਿਲਟਿੰਗ ਕਹਿਣ ਨੂੰ, ਚਾਹੇ ਮਾਈਨਿੰਗ ਕਹਿਣ, ਹੈ ਤਾਂ ਉਹ ਮਾਈਨਿੰਗ। ਬਿਲਕੁਲ। ਅਗਰ ਉਸਨੂੰ ਇਹ ਦਰਿਆ ਦੇ ਵਿੱਚ ਇਹਨਾਂ ਨੇ ਅਲਾਓ ਕੀਤਾ, ਜਿਹੜਾ ਕਿ ਅਸੀਂ ਰੋਕਿਆ ਹੋਇਆ ਜੀ, ਉਹ ਦਿਨ ਦੂਰ ਨਹੀਂ ਹੈ। 5 ਸਾਲ 10 ਸਾਲ ਦੇ ਅੰਦਰ ਤੁਹਾਨੂੰ ਬੇਲਿਆਂ ਦੇ ਪਿੰਡਾਂ ਦੇ ਨਾਂ ਨਿਸ਼ਾਨ ਨਹੀਂ ਰਹਿਣਗੇ। ਬਿਲਕੁਲ। ਸੋ ਇਹ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਇਹਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜੀ। ਫਿਰ ਬਚਿਆ ਸਵਾਂ ਜਾਂ ਜਿਹੜੀਆਂ ਹੋਰ ਖੱਡਾਂ ਨੇ ਸਤਲੁਜ ਦੀਆਂ, ਤੁਹਾਡੇ ਨੇੜੇ ਤਾਂ ਪਹਾੜਾਂ ਦੇ ਵਿੱਚ ਵੀ ਬਹੁਤ ਸਾਰੀ ਮਾਈਨਿੰਗ ਹੋਈ। ਪਹਾੜਾਂ ਦੇ ਵਿੱਚ ਹੈ ਜੀ। ਦੇਖੋ, ਜਿਹੜਾ ਖਨਨ ਹੈ, ਜਿਹੜੇ ਵੀ ਸਰੋਤ ਨੇ, ਜਿਹੜੇ ਵੀ ਖਣਿਜ ਨੇ, ਜਾਂ ਉਹ ਧਰਤੀ ਤੇ ਆ ਜਾਂ ਧਰਤੀ ਤੇ ਉੱਪਰ ਪਏ ਜੀ, ਪਹਾੜਾਂ ਦੇ ਵਿੱਚ। ਬਿਲਕੁਲ। ਹਿਮਾਚਲ ਦੇ ਵਿੱਚ ਖਣਿਜ ਕੱਢੇ ਜਾਂਦੇ ਨੇ, ਪਹਾੜ ਵੀ ਪੱਟੇ ਜਾਂਦੇ ਨੇ, ਪਰ ਉਹਦੀ ਇੱਕ ਸਰਕਾਰ ਵਿਉਂਤ ਬਣਾਉਂਦੀ ਹੈ। ਮੰਦਭਾਗੀ ਗੱਲ ਇਹ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਨੇ, ਚਾਹੇ ਉਹ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਚਾਹੇ ਉਹ ਪਿਛਲੀ ਕਾਂਗਰਸ ਦੀ ਸਰਕਾਰ ਸੀ, ਪਿਛਲੇ 15 ਸਾਲ ਦੇ ਵਿੱਚ ਇਹਨਾਂ ਨੇ ਮਾਈਨਿੰਗ ਪਾਲਿਸੀ ਹੀ ਨਹੀਂ ਬਣਾਈ ਜੀ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇੱਕ ਮਾਈਨਿੰਗ ਪਾਲਿਸੀ ਲੈ ਕੇ ਆਓ। ਬਿਲਕੁਲ। ਤੁਸੀਂ ਸਵਾਂ ਦੀ ਗੱਲ ਕਰ ਰਹੇ ਜੀ। ਸਵਾਂ ਦੇ ਵਿੱਚ ਮਤਲਬ ਕਿਸ ਤਰ੍ਹਾਂ? ਸਵਾਂ ਦੇ ਵਿੱਚ ਦੇਖੋ, ਗੱਲ ਇਹ ਹੈ ਜੀ ਵੀ ਸਵਾਂ ਸੂਰੇਵਾਲ ਪਿੰਡ ਹੈ ਜਿੱਥੇ ਹਿਮਾਚਲ ਤੋਂ ਪੰਜਾਬ 'ਚ ਐਂਟਰ ਕਰਦੀ ਜੀ, ਔਰ ਜਿੱਥੇ ਦਰਿਆ ਨੂੰ ਮਿਲਦੀ ਹੈ ਜਾ ਕੇ ਪਿੰਡ ਆਪਣਾ ਦੁਮੇਲ, ਜਿਸ ਨੂੰ ਅਸੀਂ ਕਹਿੰਦੇ ਹਾਂ, ਹਰਸਾ ਵੇਲਾ ਔਰ ਸੈਂਸੋਵਾਲ ਦੇ ਕੋਲ, ਇਹ 11 ਕਿਲੋਮੀਟਰ ਲੰਬਾ ਏਰੀਆ ਜੀ, ਜਿਹਦੇ ਵਿੱਚ ਅਗਰ ਤੁਸੀਂ ਸਵਾਂ ਦਾ ਰਿਵਰ ਬੈਡ ਵਿੱਚ ਏਰੀਆ ਦੇਖਣਾ ਹੋਵੇ ਤਾਂ ਤਕਰੀਬਨ ਇਹ 2000 ਏਕੜ ਬਣਦਾ ਸਾਰਾ। ਬਿਲਕੁਲ। ਪਰ ਉਸ 2000 ਏਕੜ ਦੇ ਵਿੱਚੋਂ ਅਗਰ
ਸਹੀ ਅਸੈਸਮੈਂਟ ਕੀਤੀ ਜਾਵੇ ਤਾਂ ਹੁਣ ਮਸਾਂ 100-200 ਏਕੜ ਬਚਿਆ ਜਿਸ ਦੇ ਵਿੱਚ ਮਾਈਨਿੰਗ ਹੋ ਸਕਦੀ ਜਾਂ ਜਿਸ ਦੇ ਵਿੱਚੋਂ ਗ੍ਰੈਵਲ ਮਿਲ ਸਕਦਾ। ਬਿਲਕੁਲ। ਬਾਕੀ ਜਿਹੜਾ 1800 1900 ਜਿੰਨਾ ਵੀ ਏਕੜ ਦਾ ਏਰੀਆ ਹੈ ਉਹ ਆਲਰੇਡੀ ਓਵਰ ਐਗਜ਼ੌਸਟਡ, ਓਵਰ ਐਕਸਪਲੋਇਟਡ ਤੁਸੀਂ ਕਹਿ ਲਓ, ਉਹ ਹੋ ਚੁੱਕਿਆ। ਬਿਲਕੁਲ। ਕਿਉਂਕਿ ਅਸੀਂ ਜਿਹੜੀ ਰਿਵਰ ਬੈਡ ਦੀ ਮਾਈਨਿੰਗ ਹੈ, ਸਟੈਂਡਰਡ ਜਿਹੜਾ ਪ੍ਰੋਸੀਜਰ ਹੈ ਉਸ ਦੇ ਵਿੱਚ 10 ਫੁੱਟ ਅਲਾਉ ਕਰਦੇ ਹਾਂ। ਬਿਲਕੁਲ। ਪਰ ਤੁਸੀਂ ਚਾਹੇ ਡਰੋਨ ਦੇ ਨਾਲ ਚੈੱਕ ਕਰ ਲਓ, ਚਾਹੇ ਇੱਕ ਸਿਰੇ ਤੇ ਟੀਮ ਸ਼ੁਰੂ ਕਰਕੇ ਪੈਦਲ ਜਾਂ ਗੱਡੀਆਂ ਦੁਆਰਾ ਚੈੱਕ ਕਰ ਲਵੇ ਸਰਕਾਰ, ਜੀ ਜਗ੍ਹਾ ਬਚੀ ਨਹੀਂ ਹੈ ਜਿੱਥੇ ਮਾਈਨਿੰਗ ਹੋ ਸਕੇ। ਇੱਕ ਮਾਈਨਿੰਗ ਦੇ ਵਿੱਚ ਜਦੋਂ ਮਾਈਨਿੰਗ ਹੁੰਦੀ ਹੈ ਤਾਂ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਜੀ ਗੁੰਡਾ ਪਰਚੀ। ਗੁੰਡਾ ਪਰਚੀ ਨੂੰ ਨੱਥ ਜਿਹੜੀ ਪਾਣੀ ਸਰਕਾਰ ਦੀ ਪ੍ਰਾਥਮਿਕਤਾ ਜਿਹਨੂੰ ਕਹਿ ਸਕਦੇ ਹਾਂ ਵੀ ਉਹ ਹੋਏਗੀ, ਪਹਿਲ ਹੋਏਗੀ। ਤੁਸੀਂ ਸਮਝਦੇ ਹੋ ਵੀ ਆਉਣ ਵਾਲਾ ਸਮਾਂ ਅਗਰ ਸਹੀ ਤਰੀਕੇ ਨਾਲ ਸਰਕਾਰ ਕੰਮ ਕਰਦੀ ਹੈ ਤਾਂ ਇਹ ਜਿਹੜੀ ਗੁੰਡਾ ਪਰਚੀ ਤੋਂ ਨੱਥ ਹੋਏ ਪੈ ਜਾਏਗੀ ਤੇ ਜਿਹੜੇ ਕ੍ਰੈਸ਼ਰਸ ਹੈਗੇ ਆ ਉਹ ਸੁੱਖ ਦਾ ਸਾਹ ਲੈ ਲੈਣਗੇ, ਕਿਉਂਕਿ ਕ੍ਰੈਸ਼ਰ ਇੱਕ ਇੰਡਸਟਰੀ ਹੈ ਤੁਹਾਡੇ ਮੁਤਾਬਕ। ਬਿਲਕੁਲ ਇੰਡਸਟਰੀ ਹੈ। ਉਹਦੇ ਵਿੱਚ ਤਾਂ ਦੇਖੋ ਜੀ ਇੱਕ ਕ੍ਰੈਸ਼ਰ 'ਚ ਅਸੀਂ ਜ਼ਿਆਦਾ ਨਹੀਂ ਹੈ ਤਾਂ ਅਸੀਂ ਸੋਚੀਏ ਵੀ 20 ਜਾਂ 30 ਬੰਦੇ ਕੰਮ ਕਰ ਰਹੇ ਆ ਤਾਂ ਇੱਥੇ ਤਕਰੀਬਨ 150 ਕ੍ਰੈਸ਼ਰ 200 ਕ੍ਰੈਸ਼ਰ ਲੱਗੇ ਹੋਏ, 6-7 ਹਜ਼ਾਰ ਲੋਕ ਜਿਹੜਾ ਉਹ ਇਸ ਟਾਈਮ ਰੁਜ਼ਗਾਰ ਦਿੱਤੇ ਆ। ਅਗਰ ਇਹ ਕ੍ਰੈਸ਼ਰ ਨਹੀਂ ਚੱਲਦੇ ਤਾਂ ਬੇਰੁਜ਼ਗਾਰ ਹੋ ਜਾਣਗੇ ਤੇ ਉਹ ਕ੍ਰੈਸ਼ਰ ਮਾਲਕ ਵੀ ਕਮਾਈ ਕਰ ਰਹੇ ਆ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਉਹ ਤੋਂ ਆਪਣੇ ਘਰ-ਬਾਰ ਚਲਾ ਰਹੇ ਆ। ਫਿਰ ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਉਹ ਕ੍ਰੈਸ਼ਰਾਂ ਦੇ ਆਲੇ ਕੋਲੋਂ ਗੁੰਡਾ ਪਰਚੀ ਲੈਂਦੇ ਸੀਗੇ ਉਹਨਾਂ ਤੇ ਨੱਥ ਪੈ ਸਕਦੀ ਹੈ? ਇਹੀ ਤਾਂ ਮਾਈਨਿੰਗ ਪਾਲਿਸੀ ਬਣਾਉਣੀ ਹੈ ਜੀ। ਕਿਉਂਕਿ ਦੇਖੋ ਦੋ ਪਹਿਲੂ ਨੇ ਇਸ ਦੇ ਜੀ। ਇੱਕ ਕਿ ਤੁਸੀਂ ਮਾਈਨਿੰਗ ਕਿਵੇਂ, ਮਤਲਬ ਰੈਵਨਿਊ ਸਰਕਾਰ ਨੇ ਜਨਰੇਟ ਕਰਨਾ ਉਹ ਕਿਵੇਂ ਹੋ ਜੀ। ਉਹਦੇ ਦੋ ਤਰੀਕੇ ਆ। ਇੱਕ ਤਾਂ ਇਹ ਹੈ ਕਿ ਤੁਸੀਂ ਛੋਟੀਆਂ-ਛੋਟੀਆਂ ਖੱਡਾਂ ਨਿਲਾਮ ਕਰ ਦਿਓ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ। ਜਿਹੜੇ ਛੋਟੇ-ਛੋਟੇ ਠੇਕੇਦਾਰ ਸੀਗੇ ਉਹ ਆਪਣੇ ਛਾਣਨੇ ਵਗੈਰਾ ਲਾ ਕੇ ਉਹ ਵੇਚ ਦਿੰਦੇ ਸੀਗੇ, ਜਿਹੜੇ ਉਹ ਪੈਸੇ ਹੁੰਦੇ ਸੀਗੇ ਉਹ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਸੀਗੇ ਜੀ। ਇਹ ਟ੍ਰੇਡ ਵਧਿਆ। ਉਹੀ ਕੰਮ ਜਿਹੜਾ ਸੀਗਾ ਇਹਨਾਂ ਨੇ ਹੁਣ ਪੰਜਾਬ ਨੂੰ 7 ਮਾਈਨਿੰਗ ਜ਼ੋਨਾਂ ਦੇ ਵਿੱਚ ਵੰਡ ਦਿੱਤਾ ਹੋਇਆ ਜੀ। ਸਾਰੇ ਜ਼ਿਲ੍ਹੇ ਜਿਹੜੇ ਨੇ 7 ਮਾਈਨਿੰਗ ਜ਼ੋਨ ਨੇ। ਇੱਕ ਮਾਈਨਿੰਗ ਜ਼ੋਨ ਦਾ ਠੇਕਾ ਇਕੱਠਾ ਕਰ ਦਿੰਦੇ ਨੇ। ਰੋਪੜ ਮਾਈਨਿੰਗ ਜ਼ੋਨ ਦਾ ਜਿਵੇਂ ਤੁਸੀਂ ਫਰਮਾਇਆ ਕਿ 47-48 ਕਰੋੜ ਨੂੰ ਇਹ ਠੇਕਾ ਹੋਇਆ ਹੋਇਆ। ਬਿਲਕੁਲ ਠੀਕ ਹੈ ਨਾ ਜੀ। ਹੁਣ ਉਸ ਦੇ ਵਿੱਚੋਂ ਅੱਗੇ ਸੈਕੰਡ ਇਸ ਦਾ ਆ ਗਿਆ ਵੀ ਇਹਦਾ ਆਪਰੇਟਿੰਗ ਮਾਡਲ ਬਣਾਉਣਾ। ਆਪਰੇਟਿੰਗ ਮਾਡਲ ਕਿਵੇਂ ਕਿ ਬਈ ਅਸੂਲ ਤਾਂ ਇਹ ਕਹਿੰਦਾ ਜਿਹੜਾ ਮਾਈਨਿੰਗ ਕੰਟਰੈਕਟਰ ਹੈ ਉਹ ਪਟਾਈ ਕਰੇ ਔਰ ਕ੍ਰਸ਼ਰ ਓਨਰਸ ਨੂੰ ਉਹ ਮਟੀਰੀਅਲ ਸਪਲਾਈ ਕਰੇ। ਬਿਲਕੁਲ। ਔਰ ਕੱਚੇ ਮਾਲ ਤੇ ਆਪਣੀ ਜਿਹੜੀ ਡਿਊਟੀ ਹੈ ਉਹ ਲੈ ਲੈ। ਬਾਕੀ ਇਹੀ ਜਿਹੜੀ ਫਿਨਿਸ਼ ਪ੍ਰੋਡਕਟ ਹੈ ਉਹ ਤਾਂ ਫਿਰ ਕ੍ਰਸ਼ਰ ਵਾਲਾ ਜਿਹੜਾ ਹੈ ਉਹਨੂੰ ਤੋੜ ਕੇ ਜਾਂ ਉਹਨੂੰ ਛਾਣ ਕੇ ਉਹਨੂੰ ਵੇਚੇ। ਜੀ। ਪਰ ਹੁੰਦਾ ਕੀ ਹੈ ਜੀ ਕਿ ਜਿਹੜੇ ਮਾਈਨਿੰਗ ਕੰਟਰੈਕਟਰ ਹੁਣ ਤੱਕ ਜਿੰਨੇ ਵੀ ਆਏ ਨੇ ਪਿਛਲੇ 15 ਸਾਲ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਹੈ ਖੁਦਾਈ ਕਰਕੇ ਮਟੀਰੀਅਲ ਸਪਲਾਈ ਨਹੀਂ ਕੀਤਾ ਕ੍ਰਸ਼ਰ ਓਨਰਸ ਨੂੰ। ਜੀ। ਔਰ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਿੱਥੋਂ ਮਰਜ਼ੀ ਪੱਟ ਲਓ। ਜੀ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਫਿਨਿਸ਼ਡ ਪ੍ਰੋਡਕਟ ਹੈ, ਜਿਹੜਾ ਚਾਹੇ ਉਹ ਬਜਰੀ ਹੈ, ਚਾਹੇ ਉਹ ਗਟਕਾ ਹੈ, ਚਾਹੇ ਜੋ ਵੀ ਹੈ, ਰੇਤ ਹੈ, ਉਹਨੂੰ ਤੁਸੀਂ ਉਹ ਜਿਸ ਵੇਲੇ ਬਾਹਰ ਉੱਥੇ ਬੰਦੇ ਬਿਠਾਤੇ ਕਿ ਉਹਨਾਂ ਤੋਂ ਇੱਕ ਰਾਇਲਟੀ ਜਿਹੜੀ ਹੈ ਜਿਸ ਨੂੰ ਗੁੰਡਾ ਪਰਚੀ ਵੀ ਕਹਿ ਦਿੰਦੇ ਉਹ ਵਸੂਲ ਲਈ ਜਾਂਦੀ। ਬਿਲਕੁਲ ਠੀਕ ਹੈ ਨਾ ਜੀ। ਇਹ ਇੱਕ ਆਪਰੇਟਿੰਗ ਮਾਡਲ ਜਿਹੜਾ ਥਾ ਇਹ ਫੇਲ ਹੋ ਚੁੱਕਿਆ। ਬਿਲਕੁਲ। ਸਰਕਾਰ ਨੂੰ ਇੱਕ ਨਵਾਂ ਆਪਰੇਟਿੰਗ ਮਾਡਲ ਬਣਾਉਣਾ ਪਏਗਾ। ਔਰ ਜੇ ਸਰਕਾਰ ਨੇ ਆਪਣਾ ਰੈਵਨਿਊ ਵਧਾਉਣਾ ਹੈ ਜਿਹਦੀ ਕੀ ਸਰਕਾਰ ਨੂੰ ਬਹੁਤ ਆਸ ਹੈ ਔਰ ਜਿਹੜਾ ਕਿ ਇਲੈਕਸ਼ਨ ਦੇ ਦੌਰਾਨ ਔਰ ਇਲੈਕਸ਼ਨ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਇਸ ਗੱਲ ਨੂੰ ਕਹਿੰਦੀਆਂ ਆਈਆਂ ਨੇ ਕਿ 300 ਕਰੋੜ ਜਿਹੜੀ ਹੈ ਇਹ ਲਿਮਿਟ ਬਹੁਤ ਘੱਟ ਹੈ। ਜਿਹੜਾ ਪੋਟੈਂਸ਼ੀਅਲ ਹੈ ਪੰਜਾਬ ਦੇ ਵਿੱਚ ਸੈਂਡ ਔਰ ਗ੍ਰੈਵਲ ਤੋਂ ਇਹ ਕਈ ਹਜ਼ਾਰ ਕਰੋੜ ਦੇ ਵਿੱਚ। ਬਿਲਕੁਲ। ਪਰ ਜੇ ਉਸ ਕਰੋੜ ਨੂੰ, ਉਸ ਕਈ ਹਜ਼ਾਰ ਕਰੋੜ ਨੂੰ ਤੁਸੀਂ ਰਿਅਲਾਈਜ਼ ਕਰਨਾ ਹੈ ਤਾਂ ਉਸ ਦੇ ਲਈ ਤੁਹਾਨੂੰ ਆਪਰੇਟਿੰਗ ਮਾਡਲ ਜਿਹੜਾ ਹੈ ਉਹ ਬਦਲਣਾ ਹੈ। ਤੁਹਾਡੀ ਜਿਵੇਂ ਤੁਹਾਡੇ ਕੋਲੋਂ ਪੁੱਛਾਂ ਵੀ ਕਈ ਹਜ਼ਾਰ ਕਰੋੜ ਹੋ ਸਕਦਾ ਹੈ ਕਿਉਂਕਿ 10 ਫੁੱਟ ਤੱਕ ਇੱਕ ਅਗਰ ਲਿਮਿਟ ਬਣਾਈ ਜਾਂਦੀ ਹੈ ਸਰਕਾਰ ਨੂੰ, ਅਗਰ 12ਵਾਂ ਫੁੱਟ ਵੀ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਮਤਲਬ ਇਹ ਗਲਤ ਹੋ ਗਿਆ, ਉਹ ਸਾਰਾ ਕੰਮ ਉਹ ਇਲੀਗਲ ਹੋ ਗਿਆ। ਫਿਰ ਤੁਸੀਂ ਕੀ ਸਮਝਦੇ ਹੋ ਵੀ ਜਿੰਨੀਆਂ ਕਿ ਸਰਕਾਰ ਪਿਨ ਪੁਆਇੰਟ ਕਰਦੀ ਹੈ ਖੱਡਾਂ ਜਾਂ ਜਗ੍ਹਾਵਾਂ ਵੀ ਇਸ ਜਗ੍ਹਾ ਤੇ ਮਾਈਨਿੰਗ ਹੋ ਸਕਦੀ ਹੈ, ਉਸ ਦੇ ਨਾਲ ਕੀ ਇਸ ਤੋਂ ਜ਼ਿਆਦਾ ਪੈਸੇ ਇਕੱਠੇ ਹੋ ਸਕਦੇ? ਗੱਲ ਇਹ ਹੈ ਦਾਵਰਾ ਜੀ ਕਿ ਜਿਨ੍ਹਾਂ ਨੇ ਵੀ ਇਹ ਫਿਗਰਸ ਜਿਸ ਵੇਲੇ ਇਹ ਮਾਈਨਸ ਜਿਹੜੀਆਂ ਨੇ ਸਾਈਟਸ ਜਿਹੜੀਆਂ ਨੇ ਮਾਈਨਿੰਗ ਸਾਈਟਸ ਨੇ ਆਕਸ਼ਨ ਕੀਤੀਆਂ, ਇਹਨਾਂ ਦਾ ਸਰਕਾਰ ਦਾ ਬੜਾ ਵੱਡਾ ਮਹਿਕਮਾ ਹੈ ਡਰੇਨੇਜ ਦਾ। ਬਿਲਕੁਲ। ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਕਿ ਤੁਸੀਂ ਸਾਈਟਸ ਨੂੰ ਆਇਡੈਂਟੀਫਾਈ ਕਰੋ, ਉੱਥੇ ਮਟੀਰੀਅਲ ਨੂੰ ਅਸੈਸ ਕਰੋ ਔਰ ਉਸ ਤੋਂ ਬਾਅਦ ਇਹਨੂੰ ਵੇਚ ਕੇ ਇਹਨੂੰ ਮਤਲਬ ਤੁਸੀਂ ਸਰਕਾਰ ਐਕਸਟ੍ਰੈਕਟ ਆਪ ਨਹੀਂ ਕਰਦੀ, ਖੁਦਾਈ ਆਪ ਨਹੀਂ ਕਰਦੀ। ਬਿਲਕੁਲ। ਪਰ ਬਾਕੀ ਤਾਂ ਸਾਰਾ ਕੰਮ ਸਰਕਾਰ ਹੀ ਕਰਦੀ ਹੈ। ਬਿਲਕੁਲ। ਤੇ ਜੇ ਉਹਨਾਂ ਨੇ ਉਹ ਆਇਡੈਂਟੀਫਾਈ ਕੀਤਾ ਜੀ ਤਾਂ ਉਹਨਾਂ ਨੇ 10 ਫੁੱਟ ਤੱਕ ਹੀ ਕੀਤਾ। ਬਿਲਕੁਲ। ਔਰ ਉਹਦੇ ਮੁਤਾਬਕ ਜਿੰਨਾ ਵੀ ਉਹ ਮਟੀਰੀਅਲ ਹੈ, ਪਰ ਸਾਰਾ ਜਿਹੜਾ ਰੌਲਾ ਹੈ ਨਾ ਜੀ, ਇਹ ਰੌਲਾ ਤਾਂ ਇੱਥੋਂ ਸ਼ੁਰੂ ਹੁੰਦਾ
ਬਿਲਕੁਲ ਰੋਲਾ ਤਾਂ ਨਜਾਇਜ਼ ਜਿਹੜਾ 10 ਫੁੱਟ ਦੇ ਨਾਲ ਜਿਹੜੀ ਨਜਾਇਜ਼ ਕਈ ਜਗ੍ਹਾ ਤੇ ਇਹ ਵੀ ਟਿੱਕਾ ਜੀ ਦੇਖਣ ਨੂੰ ਮਿਲਿਆ ਵੀ ਜਿਹੜੀ ਸਰਕਾਰ ਨੇ ਪਿਨ ਪੁਆਇੰਟ ਕੀਤੀ ਜਗ੍ਹਾ ਹੈਗੀ ਹੈ ਵੀ ਇਹ ਮਾਈਨਿੰਗ ਲਈ ਹੈ, ਉੱਥੇ ਤਾਂ ਮਾਈਨਿੰਗ ਹੋਈ ਨਹੀਂ, ਆਲੇ ਦੁਆਲੇ ਮਾਈਨਿੰਗ ਬਹੁਤ ਹੋ ਗਈ ਵੀ ਉਹਦੇ ਨਾਲ ਨਜਾਇਜ਼ ਮਾਈਨਿੰਗ ਹੁੰਦੀ ਰਹੀ। ਫਿਰ ਤੁਸੀਂ ਇੱਕ ਚੀਜ਼ ਹੋਰ ਇਹਦੇ ਵਿੱਚ ਬਤਾਇਆ, ਮਾਈਨਿੰਗ ਵਿਭਾਗ ਜਿਹੜਾ ਅੱਜ ਤੱਕ ਨਜਾਇਜ਼ ਮਾਈਨਿੰਗ ਜਿਹੜਾ ਮਾਈਨਿੰਗ ਮਾਫੀਆ ਨਾਲ ਰਿਹਾ, ਪੁਲਿਸ ਵਿਭਾਗ ਜਿਹੜਾ ਮਾਈਨਿੰਗ ਮਾਫੀਆ ਨਾਲ ਮੋਢਾ ਜੋੜ ਕੇ ਰਿਹਾ, ਪ੍ਰਸ਼ਾਸਨ ਜਿਹਦੀਆਂ ਅੱਖਾਂ ਦੇ ਥੱਲੇ ਸਾਰਾ ਹੋਇਆ, ਕਿ ਇਹ ਸਾਰਾ ਇੱਕੋ ਦਮ ਰਾਤੋਂ ਰਾਤ ਚੇਂਜ ਹੋ ਸਕਦਾ ਹੈ? ਦੇਖੋ ਜੀ, ਸਰਕਾਰ ਦੀ ਇੱਛਾ ਸ਼ਕਤੀ ਚਾਹੀਦੀ, ਕਿਉਂ ਨਹੀਂ ਹੋ ਸਕਦਾ? ਜੇ ਸਰਕਾਰ ਦੀ ਇੱਛਾ ਸ਼ਕਤੀ ਹੈ ਜੀ, ਔਰ ਜਿਹੜੀ ਮੈਂ ਸਮਝਦਾ ਵੀ ਜੋ ਲੋਕਾਂ ਨੇ ਜਿੱਦਾਂ ਬੜਾ ਮੈਂਡੇਟ ਆਪ ਸਰਕਾਰ ਨੂੰ ਦਿੱਤਾ ਹੈ ਜੀ, ਲੋਕਾਂ ਨੂੰ ਤਾਂ ਬਹੁਤ ਉਮੀਦਾਂ ਨੇ ਕਿ ਬਈ ਹੁਣ ਜੋ ਪਹਿਲੀਆਂ ਕੁਰੀਤੀਆਂ ਸਰਕਾਰਾਂ ਵਿੱਚ ਸੀਗੀਆਂ, ਇਕੱਲੀ ਮਾਈਨਿੰਗ ਡਿਪਾਰਟਮੈਂਟ ਵਿੱਚ ਨਹੀਂ ਜੀ ਜੀ ਜਿਹੜੀਆਂ ਬਾਕੀ ਮਹਿਕਮਿਆਂ ਵਿੱਚ ਵੀ ਹੈਗੀਆਂ ਜੀ, ਉਹ ਦੂਰ ਹੋਣਗੀਆਂ ਜੀ, ਕਿਉਂਕਿ ਐਡਾ ਵੱਡਾ ਮੈਂਡੇਟ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਨੂੰ ਵੀ ਪਾਰਟੀ ਨੂੰ ਨਹੀਂ ਮਿਲਿਆ, ਇਕੱਲੀ ਨੂੰ ਨਹੀਂ ਮਿਲਿਆ। ਵੈਸੇ 97 ਦੇ ਵਿੱਚ ਇਕੱਲੀ ਨੂੰ ਨਹੀਂ ਮਿਲਿਆ। ਬਿਲਕੁਲ। ਔਰ ਇਸ ਤੋਂ ਵੀ ਵੱਡੀ ਜਿਹੜੀ ਚੀਜ਼ ਹੈ, ਜਿੱਡੇ ਵੱਡੇ ਮਾਰਜਨ ਦੇ ਨਾਲ ਜਿੱਤਾਂ ਬਿਲਕੁਲ, ਇਹ ਤਾਂ ਬੜਾ, ਇਹਦਾ ਤਾਂ ਮਤਲਬ ਹੈ ਕਿ ਲੋਕਾਂ ਦਾ ਜਿਹੜਾ ਇਸ ਵੇਲੇ ਐਕਸਪੈਕਟੇਸ਼ਨ ਲੈਵਲ ਹੈ ਜੀ, ਜਿਹੜੀ ਆਸ ਹੈ ਉਹ ਬੜੀ ਵੱਡੀ, ਉਮੀਦਾਂ ਬਹੁਤ ਹੈ। ਮੈਂ ਤੁਹਾਡੇ ਕੋਲੋਂ ਅਖੀਰ ਦੇ ਵਿੱਚ ਇਹ ਪੁੱਛਾਂ ਵੀ ਜੇ ਤੁਸੀਂ, ਕਿਉਂਕਿ ਮੈਂ ਚਾਹਾਂਗਾ ਵੀ ਅਗਰ, ਕਿਉਂਕਿ ਹੁਣ ਤਾਂ ਦੇਖੋ ਇਲਾਕੇ ਦੇ ਵਿਧਾਇਕ ਹੈ ਜਿਹੜੇ ਉਹ ਮਾਈਨਿੰਗ ਦੇ ਮੰਤਰੀ ਹੈਗੇ, ਉਹ ਤੁਹਾਡੇ ਵਰਗੇ ਜਿਹੜੇ ਮਾਈਨਿੰਗ ਲਈ ਕੰਮ ਕਰ ਰਹੇ, ਨਜਾਇਜ਼ ਮਾਈਨਿੰਗ ਵਿਰੁੱਧ ਬੋਲਦੇ ਰਹੇ, ਉਹਨਾਂ ਦੀਆਂ ਸੇਵਾਵਾਂ ਲੈਣ, ਤੁਹਾਡੇ ਸਲਾਹ ਲੈਣ, ਤੁਹਾਡੇ ਕੋਲੋਂ ਪੁੱਛਣ ਵੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਮੇਰੀ ਮਤਲਬ ਆਪਣੀ ਇੱਛਾ ਹੈ, ਮੈਂ ਇਹ ਵੀ ਚਾਹਾਂਗਾ ਤੁਹਾਡੇ ਕੋਲ ਵੀ ਅਗਰ ਤੁਸੀਂ ਉਸ ਮੰਨ ਲਓ ਤੁਹਾਡੀ ਉਹ ਸਲਾਹ ਲੈਂਦੇ ਨੇ, ਜਾਂ ਅਸੀਂ ਤੁਹਾਡੇ ਕੋਲੋਂ ਪੁੱਛ ਰਹੇ ਹਾਂ, ਸਾਡੀ ਜਿਹੜੇ ਦਰਸ਼ਕ ਨੇ ਇਹ ਤੁਹਾਡੇ ਕੋਲ ਜਾਣਨਾ ਚਾਹਾਂਗੇ ਵੀ ਪਾਲਿਸੀ ਅੱਜ ਦੀ ਤਾਰੀਖ ਦੇ ਵਿੱਚ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ, ਤਾਂ ਉਹਦੇ ਵਿੱਚ ਕਿਹੜੇ ਮੁੱਖ ਪੁਆਇੰਟ ਹੈ ਜਿਹੜੇ ਉਹ ਲੈਣੇ ਚਾਹੀਦੇ? ਦੇਖੋ ਜੀ, ਸਭ ਤੋਂ ਵੱਡੀ ਚੀਜ਼ ਤਾਂ ਸਰਕਾਰ ਨੂੰ ਪਹਿਲਾਂ ਇੱਕ ਹੈ ਕਿ ਇੱਕ ਮਾਈਨਿੰਗ ਪਾਲਿਸੀ ਦੇ ਵਿੱਚ ਜਿੰਨੇ ਸਟੇਕ ਹੋਲਡਰ ਜੀ, ਚਾਹੇ ਉਹ ਲੋਕ ਹੈ ਜਾਂ ਲੋਕਾਂ ਦੇ ਪ੍ਰਤੀਨਿਧੀ, ਜਿੱਥੇ ਵੀ ਇਲਾਕਾ ਸੰਘਰਸ਼ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਨੂੰ ਜੀ, ਦੂਸਰਾ ਜਿਹੜੇ ਕ੍ਰਸ਼ਰ ਓਨਰਸ ਹੈ ਉਹਨਾਂ ਨੂੰ, ਤੀਸਰਾ ਜਿਹੜੇ ਡਿਪਾਰਟਮੈਂਟਸ ਹੈ ਮਾਈਨਿੰਗ ਤੇ ਡਰੇਨੇਜ, ਇਹਨਾਂ ਨੂੰ ਬੈਠ ਕੇ ਇੱਕ ਮੰਥਨ ਕਰਨਾ ਚਾਹੀਦਾ ਵੀ ਐਕਚੁਅਲ ਪੋਜੀਸ਼ਨ ਕਿਆ ਹੈ ਔਰ ਹੋ ਕਿਆ ਰਿਹਾ। ਫਿਰ ਇਹ ਹੈ ਕਿ ਇਹਦਾ ਆਪਰੇਟਿੰਗ ਮਾਡਲ ਕੱਢਿਆ ਜਾਵੇ ਵੀ ਇਹ ਕਿਵੇਂ ਹੋ ਸਕਦਾ। ਸਭ ਤੋਂ ਵੱਡਾ ਇਸ਼ੂ ਹੈ ਜੀ ਆਇਡੈਂਟੀਫਾਈ ਕਰਨਾ ਕਿ ਮਾਈਨਿੰਗ ਸਾਈਟਸ ਐਕਚੁਅਲ ਸਾਡੇ ਕੋਲ ਮਟੀਰੀਅਲ ਹੈ ਕਿੱਥੇ ਹੈ। ਦੂਸਰਾ ਉਸ ਤੋਂ ਵੀ ਇੰਪੋਰਟੈਂਟ ਐਸਪੈਕਟ ਹੈ ਕਿ ਅਸੀਂ ਉਸ ਦੀ ਐਕਸਟ੍ਰੈਕਸ਼ਨ, ਖੁਦਾਈ ਕਿਨ ਕਰਨੀ, ਕੌਣ ਕਰੇਗਾ, ਔਰ ਖੁਦਾਈ ਜਿਹੜੀ ਹੈ ਉਹ ਕੌਣ ਕੰਟਰੋਲ ਕਰੇਗਾ ਕਿ ਉਹ ਸਹੀ ਹੋ ਜੀ। ਤੀਸਰਾ ਚੀਜ਼ ਹੈ ਜਿਹੜਾ ਕਿ ਉਸ ਨੂੰ ਰੈਵਨਿਊ ਦੇ ਵਿੱਚ ਜਨਰੇਟ ਕਰਨਾ। ਬਿਲਕੁਲ, ਇਹ ਮਾਈਨਿੰਗ ਪਾਲਿਸੀ ਅਗਰ ਇਹਨਾਂ ਤਿੰਨਾਂ ਚੀਜ਼ਾਂ ਨੂੰ, ਆਇਡੈਂਟੀਫਿਕੇਸ਼ਨ ਆਫ ਐਕਚੁਅਲ ਸਾਈਟਸ, ਅਸੈਸਮੈਂਟ ਆਫ ਮਟੀਰੀਅਲ, ਬਿਲਕੁਲ, plus extraction of material, plus how to generate revenue, ਇਹ ਚਾਰ ਚੀਜ਼ਾਂ ਅਗਰ ਤੁਸੀਂ ਕਵਰ ਕਰੋਗੇ ਜੀ ਤੇ ਤੁਸੀਂ ਰੈਵਨਿਊ ਵੀ ਵਧਾ ਸਕੋਗੇ ਜੀ, ਔਰ ਤਬਾਹੀ ਵੀ ਨਹੀਂ ਹੋਏਗੀ। ਔਰ ਇਸ ਦੇ ਲਈ ਇੱਕ ਜ਼ਰੂਰੀ ਹੈ ਕਿ ਸਰਕਾਰ ਇਸ ਚੀਜ਼ ਪਰ ਸੋਚੇ ਕਿ ਅਲਟੀਮੇਟਲੀ ਤੁਹਾਨੂੰ ਮਟੀਰੀਅਲ ਜਿਹੜਾ ਹੈ ਰਿਵਰ ਬੈਡਸ ਦੇ ਵਿੱਚ 1 ਸਾਲ 'ਚ ਐਗਜ਼ੌਸਟ ਹੋ ਜਾਵੇ, 6 ਮਹੀਨੇ 'ਚ ਹੋ ਜਾਵੇ, ਨਹੀਂ ਰਹਿਣਾ। ਤੁਹਾਨੂੰ ਪਹਾੜ ਵਾਲੇ ਪਾਸੇ ਨੂੰ ਮਟੀਰੀਅਲ ਲਈ ਮੂਵ ਕਰਨਾ ਪੈਣਾ ਜੀ, ਔਰ ਉਸ ਦੇ ਲਈ ਤੁਹਾਨੂੰ ਇੱਕ ਅਲੱਗ ਸਪਸ਼ਟ ਜਿਹੜੀ ਨੀਤੀ ਹੈ ਉਸ ਕੇਂਦਰ ਸਰਕਾਰ ਨਾਲ ਮਿਲ ਕੇ ਰਾਜ ਸਰਕਾਰ ਨੂੰ ਬਣਾਉਣੀ ਪਏਗੀ ਔਰ ਅਪਰੂਵ ਕਰਾਉਣੀ ਪਏਗੀ ਔਰ ਉਸ ਨੂੰ ਮੋਨੀਟਰ ਕਰਨਾ ਪਏਗਾ। ਉਹਨਾਂ ਲੋਕਾਂ ਲਈ ਜਿਹੜੇ ਸਾਈਟਸ ਦੇ ਨੇੜੇ ਨੇ, ਫਿਰ ਉਹ ਦੇਖ ਰਹੇ ਨੇ ਵੀ ਇਹ ਸਾਈਟਸ ਤੇ ਤਾਂ ਪ੍ਰੋਪਰ ਮਾਈਨਿੰਗ ਨਹੀਂ ਹੋ ਰਹੀ, ਆਲੇ ਦੁਆਲੇ ਹੋ ਰਹੀ ਹੈ, ਆਪਣੀਆਂ ਜ਼ਮੀਨਾਂ 25-25 30 ਲੱਖ ਰੁਪਏ ਏਕੜ ਨੂੰ ਠੇਕੇ ਤੇ ਦੇ ਦਿੰਦੇ ਨੇ ਉਹਨਾਂ ਨੂੰ। ਉਹ ਸਾਰੀਆਂ ਗਲਤ ਹੈ ਜੀ ਉਹ ਚੀਜ਼ਾਂ। ਦੇਖੋ, ਜਿਹੜੀ ਚੀਜ਼ ਤੁਹਾਨੂੰ ਅਗਰ ਤੁਸੀਂ ਇੱਕ ਖਰੀਦਣ ਬਾਅਦ ਚੀਜ਼ ਇੱਕ ਤੁਹਾਨੂੰ 25 ਲੱਖ ਰੁਪਏ ਨੂੰ ਏਕੜ ਮਿਲਦਾ ਹੋਵੇ ਔਰ ਦੂਸਰੇ ਪਾਸੇ ਤੁਸੀਂ 1 ਸਾਲ ਦੀ ਐਕਸਟ੍ਰੈਕਸ਼ਨ ਦੇ ਲਈ, ਉਹਦੇ ਖੁਦਾਈ ਦੇ ਲਈ ਤੁਸੀਂ 30 ਲੱਖ ਰੁਪਇਆ, 31 ਲੱਖ ਰੁਪਇਆ, 32 ਲੱਖ ਰੁਪਇਆ ਦੇ ਰਹੇ ਹੋ, ਇਹਦਾ ਮਤਲਬ ਹੈ ਕੁਛ ਤਾਂ ਗਲਤ ਹੈ। ਬਿਲਕੁਲ, ਸਮਥਿੰਗ ਇਜ਼ ਡੈਫੀਨਿਟ, ਮਤਲਬ ਉਹਨਾਂ ਲਈ ਪੁਨਿਸ਼ਮੈਂਟ ਕਿਤੇ ਨਾ ਕਿਤੇ ਸਰਕਾਰ ਹੋਣੀ ਚਾਹੀਦੀ। ਉਹ ਵੀ ਸਰਕਾਰ ਨੂੰ ਇੱਕ ਕੱਟ ਆਫ ਡੇਟ ਰੱਖਣੀ ਪਏਗੀ, ਜਿਹੜੀ ਮੈਂ ਪਿਛਲੇ ਸਾਲ ਤੋਂ ਵੀ ਕਹਿ ਰਿਹਾ ਜੀ ਕਿ ਜੋ ਪਿੱਛੇ, ਕਿਉਂਕਿ ਤੁਸੀਂ ਇਹ ਪੰਡੋਰਾਸ ਬਾਕਸ ਹੈ ਜੀ, ਤੁਸੀਂ ਖੋਲ ਲਓਗੇ ਤਾਂ ਇਹਦਾ ਕੋਈ ਅੰਤ ਨਹੀਂ। ਤੁਹਾਨੂੰ ਇਹ ਕਰਨਾ ਪਏਗਾ ਕਿ ਇਹ ਪਿੱਛੇ ਜੋ ਹੋ ਗਿਆ ਉਹ ਮਾਫ, ਆ ਡੇਟ ਜਿਹੜੀ ਹੈ ਕੱਟ ਆਫ ਕੋਈ ਰੱਖ ਲਓ ਜੀ, ਇਹ ਤੁਹਾਨੂੰ ਕੱਟ ਆਫ ਡੇਟ ਰੱਖਣੀ ਪਏਗੀ ਕਿ ਇਸ ਤੋਂ ਬਾਅਦ ਅਗਰ ਕੋਈ ਮਾਲਕ ਜਾਂ ਫਲਾਨਾ ਇਹ ਕਰਦਾ ਹੈ। ਇਹ ਅਸੀਂ ਇੰਪਲੀਮੈਂਟੇਸ਼ਨ ਕਰਾਈ ਥੀ, ਪਰ ਸਰਕਾਰ ਇਹ ਕੱਟ ਆਫ ਡੇਟ ਰੱਖਣ ਨੂੰ ਤਿਆਰ ਨਹੀਂ ਹੋਈ।
ਕਿ ਵੀ ਕਹਿੰਦੇ ਜੀ ਇਹ ਕੱਟ ਆਫ ਡੇਟ ਅਗਰ ਰੱਖ ਦਿੰਦੇ ਫਿਰ ਤਾਂ ਇਹਦਾ ਇਹ ਮਤਲਬ ਹੋ ਗਿਆ ਵੀ ਪਿੱਛਾ ਗਲਤ ਹੁੰਦਾ ਰਿਹਾ। ਬਿਲਕੁਲ ਸਰਕਾਰ ਦਾ ਮੰਨਦੀ ਨਹੀਂ ਕਿ ਗਲਤ ਮਾਈਨਿੰਗ ਹੁੰਦੀ ਹੈ। ਵੇਅਰ ਐਜ਼ ਮਾਈਨਿੰਗ ਜਿਹੜੀ ਹੈ ਜੀ, ਜਿਹੜੀ ਹੁਣ ਵੀ ਜਿਹੜੀ ਸਟੇਟਮੈਂਟ ਆਈ ਹੈ ਕਿ ਜਾਇਜ਼ ਮਾਈਨਿੰਗ ਹੋਏਗੀ, ਨਾਜਾਇਜ਼ ਨਹੀਂ ਹੋਏਗੀ। ਮੈਂ ਤਾਂ ਪੁੱਛਦਾ ਬਈ ਮੈਨੂੰ ਸਾਨੂੰ ਡਿਫਾਈਨ ਤਾਂ ਕਰਕੇ ਦੱਸੋ, ਸਾਨੂੰ ਪਰਿਭਾਸ਼ਾ ਦੱਸੋ ਕਿ ਜਾਇਜ਼ ਮਾਈਨਿੰਗ ਕੀ ਹੈ, ਨਾਜਾਇਜ਼ ਕੀ ਹੈ। ਬਿਲਕੁਲ ਇਹ ਜਿਹੜੀਆਂ ਨਾ ਜੀ ਪਬਲਿਕ ਡੋਮੇਨ ਵਾਸਤੇ, ਪਬਲਿਕ ਦੀ ਸੈਟੀਸਫੈਕਸ਼ਨ ਵਾਸਤੇ, ਲੋਕਾਂ ਦੇ ਤਸੱਲੀ ਵਾਸਤੇ ਇਹ ਸਟੇਟਮੈਂਟ ਅੱਛੀ ਹੈ। ਬਿਲਕੁਲ ਪਰ ਜਦ ਤੁਸੀਂ ਐਕਚੁਅਲ ਰਿਐਲਿਟੀ ਦੇ ਵਿੱਚ, ਜਦ ਤੁਸੀਂ ਗਰਾਊਂਡ ਰਿਐਲਿਟੀ ਦੇਖਦੇ ਹੋ, ਉਸ ਵੇਲੇ ਉਹ ਇਹ ਸਟੇਟਮੈਂਟਾਂ ਜਿਹੜੀਆਂ ਨੇ, ਜਿਹੜੇ ਲੋਕੀ ਸਟੇਟ ਦੇ ਵਿੱਚ ਨੇ, ਉਹਨਾਂ ਨੂੰ ਹਾਸਿਆ। ਮੈਂ ਇੱਕ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਨਵੀਂ ਸਰਕਾਰ ਨੂੰ ਇੱਕ ਮੌਕਾ ਇਹ ਜ਼ਰੂਰ ਦਿਓ ਕਿ ਉਹ ਸਹੀ ਪਾਲਿਸੀ ਲਿਆਉਣ, ਸਰਕਾਰ ਨਾਲ ਸਹਿਯੋਗ ਕਰੋ। ਅਗਰ ਸਹੀ ਪਾਲਿਸੀ ਨਹੀਂ ਆਈ ਜਾਂ ਇਹ ਜਿਹੜੀ ਨਾਜਾਇਜ਼ ਮਾਈਨਿੰਗ ਇਸੇ ਤਰ੍ਹਾਂ ਚੱਲਦੀ ਰਹੀ, ਫਿਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਅਗਲੀ ਲੜਾਈ ਸਾਡੀ ਤਾਂ ਚੱਲ ਹੀ ਰਹੀ ਹੈ, ਉਸ ਦੇ ਵਾਸਤੇ ਤਿਆਰ ਹੋ ਜਾਓ। ਇਹ ਲੜਾਈ ਕਰਨੀ ਹੀ ਪਊਗੀ। ਔਰ ਦੂਸਰਾ, ਸਰਕਾਰ ਪਾਲਿਸੀ ਦੇ ਵਿੱਚ ਇੱਕ ਚੀਜ਼ ਵੀ ਰੱਖੇ ਕਿ ਜਿਸ ਇਲਾਕੇ ਦੇ ਵਿੱਚੋਂ ਇਹ ਸਰੋਤ ਆ ਰਹੇ ਨੇ, ਇੱਕ ਡਿਵੈਲਪਮੈਂਟ ਫੰਡ, ਉਹਦਾ ਕੁਝ ਹਿੱਸਾ ਉਸ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਵੀ ਤੈਅ ਹੋਣਾ ਚਾਹੀਦਾ, ਤਾਂ ਕਿ ਸਰਕਾਰ ਪਾਸੇ ਨੂੰ ਉਹ ਜਿਹੜੇ ਲੋਕ ਹੈ ਡਿਵੈਲਪਮੈਂਟ ਵਾਸਤੇ ਪੈਸਾ ਨਾ ਲੱਭਣ, ਇਸੇ ਸਰੋਤ ਤੋਂ ਇਹ ਪੈਸਾ ਉਸ ਇਲਾਕੇ ਵਿੱਚ ਲੱਗ ਸਕੇ। ਦੋਸਤੋ, ਚੁਣੌਤੀ ਸਰਕਾਰ ਦੇ ਕੋਲ ਬਹੁਤ ਵੱਡੀ ਹੈ। ਕਿਹਾ ਜਾਂਦਾ ਹੈ ਵੀ ਲਗਭਗ 30,000 ਕਰੋੜ ਰੁਪਏ ਦੀ ਮਾਈਨਿੰਗ ਹੁੰਦੀ ਹੈ 300 ਕਰੋੜ ਦੀ ਬੋਲੀ ਦੇ ਅਗੇਂਸਟ। ਲੇਕਿਨ 30,000 ਕਰੋੜ ਰੁਪਏ ਅਗਰ ਗਵਰਨਮੈਂਟ ਇਹ ਚਾਹ ਰਹੀ ਹੈ ਵੀ ਸਾਡੇ ਖਾਤੇ 'ਚ ਆ ਜਾਏਗਾ, ਤਾਂ ਅਜਿਹੀ ਸੰਭਾਵਨਾ ਨਹੀਂ ਹੈ, ਕਿਉਂਕਿ ਉਹ ਨਜਾਇਜ਼ ਮਾਈਨਿੰਗ ਹੁੰਦੀ ਹੈ। ਅਗਰ ਜਾਇਜ਼ ਮਾਈਨਿੰਗ ਕਰਵਾਈ ਜਾਵੇ ਤਾਂ 300 ਕਰੋੜ ਵਾਲਾ ਠੇਕਾ ਵੱਧ ਤੋਂ ਵੱਧ 500 ਜਾਂ 600 ਕਰੋੜ ਤੱਕ ਜਾ ਸਕਦਾ ਹੈ। ਹਾਲਾਂਕਿ ਸਰਕਾਰੀ ਖਜ਼ਾਨੇ 'ਚ ਆਮਦਨ ਘੱਟ ਲੱਗ ਸਕਦੀ ਹੈ। ਨਜਾਇਜ਼ ਮਾਈਨਿੰਗ ਕਿਉਂਕਿ ਜ਼ਿਆਦਾ ਸੀ, ਨਜਾਇਜ਼ ਆਮਦਨ ਜ਼ਿਆਦਾ ਸੀ। ਲੇਕਿਨ ਉਸ 600 ਕਰੋੜ ਜਿਹੜਾ ਸਰਕਾਰੀ ਖਾਤੇ 'ਚ ਜਾਏਗਾ, ਉਹ ਇਮਾਨਦਾਰੀ ਦਾ ਤੇ ਇੱਕ ਨੰਬਰ ਦਾ ਹੋਏਗਾ। ਜਿੱਥੇ ਸਰਕਾਰ ਨੂੰ ਇਹ ਫਾਇਦਾ ਹੋਏਗਾ 300-400 ਕਰੋੜ ਰੁਪਏ ਦਾ, ਉੱਥੇ ਹੀ ਇੱਥੋਂ ਦੀ ਲੋਕਾਂ ਨੂੰ, ਜਿਹੜੇ ਲੋਕ ਅੱਜ ਸੰਤਾਪ ਝੇਲ ਰਹੇ ਨੇ, ਜਿਨ੍ਹਾਂ ਦੇ ਪਾਣੀ ਦੇ ਲੈਵਲ 400-400 500-500 ਫੁੱਟ ਨੀਚੇ ਚਲੇ ਗਏ ਨੇ, ਜਿਹੜੇ ਇੱਥੇ ਦੇ ਵਾਤਾਵਰਣ ਦੇ ਵਿੱਚ ਇੱਕ ਅਲੱਗ ਕਿਸਮ ਦੀ ਗੰਦਗੀ ਮਹਿਸੂਸ ਕਰ ਰਹੇ ਨੇ, ਜਿਹੜੇ ਪਾਣੀ ਇੱਥੇ ਪੀਣ ਵਾਲਾ ਜਿਹੜਾ ਹੈ ਉਹ ਤਾਂ ਰਿਹਾ ਹੀ ਨਹੀਂ, ਜਿਹੜਾ ਦਰਿਆ ਦੇ ਵਿੱਚ ਪਾਣੀ ਹੈਗਾ ਹੈ ਉਹ ਵੀ ਸਾਫ਼ ਮਹਿਸੂਸ ਨਹੀਂ ਕਰ ਰਹੇ, ਤੇ ਬਹੁਤ ਸਾਰਾ ਨੁਕਸਾਨ ਇੱਥੇ ਦੇ ਪੁਲਾਂ ਨੂੰ ਹੋ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ 'ਚ ਹੋਣ ਦੀ ਸੰਭਾਵਨਾ ਹੈ। ਬਹੁਤ ਸਾਰੇ ਬੇਲੇ, ਜਿਸ ਤਰ੍ਹਾਂ ਕਿ ਟਿੱਕਾ ਜੀ ਨੇ ਕਿਹਾ ਕਿ ਉਹਨਾਂ ਦਾ ਨਾਮੋ ਨਿਸ਼ਾਨ ਆਉਣ ਵਾਲੇ 4-5 ਸਾਲ ਵਿੱਚ ਮਿਟ ਸਕਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਅਗਰ ਸਰਕਾਰ ਆਪਣੀ ਇੱਛਾ ਸ਼ਕਤੀ ਦਿਖਾਵੇ ਤੇ ਨਜਾਇਜ਼ ਮਾਈਨਿੰਗ ਬਿਲਕੁਲ ਬੰਦ ਕਰਾ ਕੇ ਇਹਨਾਂ ਕ੍ਰੈਸ਼ਰ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਨੇ ਉਹਨਾਂ ਤੇ ਮਾਈਨਿੰਗ ਮਾਫੀਆ ਦੇ ਉੱਤੇ ਇੱਕ ਨਕੇਲ ਕਸੇ। ਅੱਜ ਇੰਨਾ ਹੀ ਦੋਸਤੋ, ਫਿਰ ਅਗਲੀ ਗੱਲਬਾਤ ਕਰਨ ਦੇ ਲਈ ਤੁਹਾਡੇ ਰੂਬਰੂ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਵਰਾ ਨੂੰ ਦਿਓ ਇਜਾਜ਼ਤ। ਟਿੱਕਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਉਹ ਕਰਦੇ ਹੋਏ ਧੰਨਵਾਦ ਲੈਣ ਆ ਗਿਆ। ਨਮਸਕਾਰ।